ਨਿਊਜ਼ ਹੈਡਲਾਈਨ ਇੰਡੀਆ ਦੋਸਤੋ ਤੁਹਾਡਾ ਸਵਾਗਤ ਹੈ। ਕਰੋਨਾ ਦੇ ਕਰਕੇ ਸਕੂਲਾਂ ਦਾ ਇੱਕ ਵਾਰੀ ਬੰਦ ਹੋਣਾ ਖੁੱਲਣਾ ਤੇ ਫਿਰ ਇੱਕ ਦੁਬਾਰਾ ਜਿਹੜਾ ਬੰਦ ਹੋ ਜਾਣਾ, ਉਹਨੂੰ ਲੈ ਕੇ ਜਿਹੜੀ ਆ ਉਹ ਪੇਰੈਂਟਸ ਜਿਹੜੇ ਹੈਗੇ ਆ ਬੱਚਿਆਂ ਦੇ ਉਹਨਾਂ 'ਚ ਅਤੇ ਸਕੂਲ ਮਾਲਕਾਂ ਦੇ ਵਿੱਚ ਜਿਹੜੀ ਆ ਇੱਕ ਜਿਹੜੀ ਆ ਉਹ ਪਰੇਸ਼ਾਨੀ ਦੀ ਇੱਕ ਸਥਿਤੀ ਬਣੀ ਹੋਈ ਹੈ। ਇਹਨੂੰ ਲੈ ਕੇ ਪਿਛਲੇ ਦਿਨਾਂ ਦੇ ਦੌਰਾਨ ਰਾਸਾ ਜਿਹੜੀ ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਨੇ ਪਿਛਲੀ ਦਿਨੀ ਸਰਕਾਰ ਨੂੰ ਮੰਗ ਕੀਤੀ ਸੀ ਕਿ ਜਿਹੜੇ ਸਕੂਲ ਆ ਉਹ 13 ਅਪ੍ਰੈਲ ਨੂੰ ਖੋਲ੍ਹੇ ਜਾਣ, ਲੇਕਿਨ ਇਸ ਦੌਰਾਨ ਕਰੋਨਾ ਦਾ ਪ੍ਰਕੋਪ ਵਧਿਆ ਤੇ ਸਰਕਾਰ ਨੇ ਜਿਹੜੇ ਆ 30 ਅਪ੍ਰੈਲ ਤੱਕ ਸਾਰੇ ਸਕੂਲ ਬੰਦ ਕਰਤੇ। ਪਰ ਇਸ ਵਿੱਚ ਇੱਕ ਹੋਰ ਖਬਰ ਜਿਹੜੀ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੀ ਆ ਉਹ ਆ ਕਿ ਬੱਚੇ ਜਿਹੜੇ 8ਵੀਂ ਤੇ 10ਵੀਂ ਜਿਹੜੇ ਬੱਚੇ ਆ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਜਾਏਗਾ, ਉਹਨਾਂ ਨੂੰ ਬਗੈਰ ਕਿਸੇ ਐਗਜ਼ਾਮ ਤੋਂ ਪ੍ਰਮੋਟ ਕਰ ਦਿੱਤਾ ਜਾਏਗਾ ਤੇ 12ਵੀਂ ਦੇ ਐਗਜ਼ਾਮ ਜਿਹੜੇ ਆ ਐਕਸਟੈਂਡ ਕਰ ਦਿੱਤੇ ਗਏ ਆ, ਉਹਨੂੰ ਗਾਂ ਜਿਹੜਾ ਵਧਾ ਦਿੱਤਾ ਜਾਏਗਾ। ਪਰ ਇਸ ਦੇ ਨਾਲ ਸਰਕਾਰ ਨੇ ਇੱਕ ਹੋਰ ਆਦੇਸ਼ ਜਾਰੀ ਕੀਤਾ ਹੈ ਜਿਹਦੇ ਵਿੱਚ ਹੈਗਾ ਕਿ ਬੱਚਾ ਜਿਹੜਾ ਹੈਗਾ ਉਹਨੂੰ ਸਕੂਲ ਕੋਲੋਂ NOC ਲੈਣ ਦੀ ਕੋਈ ਜ਼ਰੂਰਤ ਨਹੀਂ, ਉਹ ਕਿਸੇ ਵੀ ਸਕੂਲ ਦੇ ਵਿੱਚ ਆਪਣੀ ਡੇਟ ਆਫ ਬਰਥ ਦੱਸ ਕੇ ਜਿਹੜਾ ਆ ਦਾਖਲਾ ਲੈ ਸਕਦਾ ਹੈ। ਔਰ ਮੇਨ ਸਭ ਤੋਂ ਵੱਡੀ ਗੱਲ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ, ਰਾਸਾ ਜਿਹੜੀ ਹੈਗੀ ਆ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਇਸ ਆਪਣੇ ਫੈਸਲੇ ਤੇ ਗੌਰ ਕਰੇ ਕਿ NOC ਤੋਂ ਬਗੈਰ ਕੋਈ ਵੀ ਬੱਚਾ ਕਿਤੇ ਵੀ ਦਾਖਲਾ ਲੈ ਲੇਗਾ ਤੇ ਉਹ ਸਕੂਲ ਦਾ ਉਹਦੀ ਬੱਚੇ ਦਾ ਜਿਹੜਾ ਹੈਗਾ ਇੰਨੇ ਚਿਰ ਤੋਂ ਜੋ ਕੋਈ ਪੜ੍ਹ ਰਿਹਾ ਬੱਚਾ ਉਹਦੀ ਡਿਊਜ਼ ਹੋਣਗੇ, ਉਹਦੀ ਫੀਸ ਹੋਣਗੇ, ਔਰ ਇਸ ਤੋਂ ਇਲਾਵਾ ਬੱਚੇ ਦਾ ਜਿਹੜਾ ਇੱਕ ਭਵਿੱਖ ਵੀ ਜਿਹੜਾ ਹੈਗਾ ਆ ਉਹ ਇੱਕ ਖਤਰੇ ਦੇ ਵਿੱਚ ਪੈ ਜਾਏਗਾ। ਇਹਨੂੰ ਲੈ ਕੇ ਰਾਸਾ ਨੇ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਇਸ ਗੱਲ ਦੇ ਉੱਤੇ ਜਿਹੜਾ ਇੱਕ ਸਰਕਾਰ ਜਿਹੜਾ ਇਸ ਜਿਹੜੀ ਸਥਿਤੀ ਬਣੀ ਹੋਈ ਹੈ, ਜਿਹੜੇ ਹਾਲਾਤ ਬਣੇ ਹੋਏ ਆ, ਇਹਨਾਂ ਤੇ ਜਿਹੜਾ ਸਸਪੈਂਸ ਆ ਜਾਂ ਇਹਨਾਂ ਦੇ ਵਿੱਚ ਇੱਕ ਮਤਭੇਦ ਸਕੂਲ ਤੇ ਸਰਕਾਰ, ਜਾਂ ਸਕੂਲ ਵਾਲੇ ਸਰਕਾਰ ਦੀ ਗੱਲ ਨਹੀਂ ਸਮਝਦੇ, ਸਰਕਾਰ ਸਕੂਲ ਦੀ ਗੱਲ ਨਹੀਂ ਸਮਝਣਾ ਚਾਹੁੰਦੀ, ਇਹਨੂੰ ਲੈ ਕੇ ਬਾਰ-ਬਾਰ ਜਿਹੜੀ ਹੈਗੀ ਆ ਸਕੂਲ ਤੇ ਸਰਕਾਰ ਦੇ ਵਿੱਚ ਇੱਕ ਖਿੱਚੋਤਾਣ ਜਿਹੜੀ ਬਣੀ ਹੋਈ ਆ ਉਹ ਖਤਮ ਹੋਣੀ ਚਾਹੀਦੀ ਆ, ਤਾਂ ਕਿ ਬੱਚਿਆਂ ਦਾ ਤੇ ਸਕੂਲ ਦੇ ਜਿਹੜੇ ਮਾਲਕ ਆ ਜਿਹੜੇ ਸਕੂਲ ਚਲਾ ਰਹੇ ਆ ਉਹਨਾਂ ਦਾ ਭਵਿੱਖ ਜਿਹੜਾ ਆ ਉਹ ਸੁਰੱਖਿਅਤ ਹੋ ਸਕੇ। ਨਿਊਜ਼ ਹੈਡਲਾਈਨ ਇੰਡੀਆ ਦੀ ਰਿਪੋਰਟ। ਮੇਰਾ ਨਾਮ ਕਮਲਜੋਤ ਸਿੰਘ ਹੈ ਜੀ, ਮੈਂ ਰਾਸਾ ਅੰਮ੍ਰਿਤਸਰ ਯੂਨਿਟ ਦਾ ਪ੍ਰਧਾਨ ਹਾਂ। ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਸੀ ਉਹ 'ਚ ਵੱਖ-ਵੱਖ ਮੁੱਦਿਆਂ ਦੇ ਉੱਤੇ ਡਿਸਕਸ਼ਨ ਹੋਈ ਹੈ, ਔਰ ਜਿਹੜਾ ਇਸ ਵੇਲੇ ਸਭ ਤੋਂ ਵੱਧ ਮੁੱਦਾ ਹੈਗਾ ਸਾਡੇ ਹਾਵੀ ਕਿ ਸਕੂਲ ਖੁੱਲ੍ਹਣੇ ਚਾਹੀਦੇ ਸੀ। ਸਰਕਾਰ ਨੇ ਸਕੂਲ 30 ਅਪ੍ਰੈਲ ਤੱਕ ਫਿਲਹਾਲ ਬੰਦ ਕੀਤੇ ਆ ਕਰੋਨਾ ਦਾ ਨਾਮ ਲੈ ਕੇ, ਜਦ ਕਿ ਸਭ ਕੁਝ ਸਾਰੀਆਂ ਐਕਟੀਵਿਟੀਆਂ ਸਰਕਾਰ ਦੀਆਂ ਚੱਲ ਰਹੀਆਂ, ਇਲੈਕਸ਼ਨ ਚੱਲ ਰਹੇ ਨੇ, ਹੋਰ ਸਾਰੇ ਪਲੇਟਫਾਰਮ ਦੇ ਉੱਤੇ ਰੈਲੀਜ਼ ਹੋ ਰਹੀਆਂ ਨੇ, ਸਭ ਕੁਝ ਹੋ ਰਿਹਾ, ਲੇਕਿਨ ਸਿਰਫ ਇੱਕ ਸਕੂਲ ਬੰਦ ਨੇ। ਅਸੀਂ ਇਹਦੇ ਵਾਸਤੇ ਪਹਿਲੇ ਵੀ ਸਰਕਾਰ ਨੂੰ ਮੰਗ ਕੀਤੀ ਸੀ ਵੀ ਵਿਦ ਦਾ ਸਿਸਟਮ ਕਿਸੇ ਤਰੀਕੇ ਦੇ ਨਾਲ ਅਸੀਂ ਕਲਾਸ ਵਾਈਜ਼ ਸਟੈਪ ਵਾਈਜ਼ ਟਾਈਮ ਟੇਬਲ ਬਣਾ ਕੇ ਥੋੜ੍ਹੀਆਂ ਕਲਾਸਾਂ 2-2 ਘੰਟੇ ਲਗਾ ਕੇ ਸਕੂਲ ਖੋਲ੍ਹ ਸਕਦੇ ਹਾਂ। ਸਕੂਲ ਸਾਰਾ ਸੈਨੀਟਾਈਜ਼ ਕੀਤਾ ਜਾ ਸਕਦਾ ਹੈ, ਬੱਚੇ ਸੈਨੀਟਾਈਜ਼ਰ ਯੂਜ਼ ਕਰਕੇ ਲਿਆਏ ਜਾ ਸਕਦੇ ਨੇ। ਮਾਪਿਆਂ ਕੋਲੋਂ, ਬੱਚਿਆਂ ਦੇ ਮਾਪਿਆਂ ਕੋਲੋਂ ਅਸੀਂ ਆਲਰੇਡੀ ਪਹਿਲੇ ਕੰਸੈਂਟ ਫਾਰਮ ਲਏ ਸੀ, ਫਿਰ ਦੁਬਾਰਾ ਲਿੱਤੇ ਜਾ ਸਕਦੇ ਨੇ। ਪਰ ਸਕੂਲ ਖੋਲ੍ਹਣਾ ਬਹੁਤ ਜ਼ਰੂਰੀ ਨੇ, ਕਿਉਂਕਿ ਸਕੂਲ ਨਾ ਖੁੱਲ੍ਹਣ ਦਾ ਹੁਣ ਇਹ ਪ੍ਰਭਾਵ ਪੈ ਰਿਹਾ ਕਿ ਬੱਚੇ ਮੋਬਾਈਲ ਦੇ ਉੱਤੇ ਗੇਮਾਂ ਜ਼ਿਆਦਾ ਖੇਡ ਰਹੇ ਨੇ ਤੇ ਪੜ੍ਹਾਈ ਘੱਟ ਕਰ ਰਹੇ ਨੇ। ਆਨਲਾਈਨ ਸਟੱਡੀ ਜਿਹੜੀ ਹੈ ਉਹ ਕਿਸੇ ਵੀ ਕੀਮਤ ਦੇ ਵਿੱਚ ਆਫਲਾਈਨ ਦਾ ਬਦਲ ਨਹੀਂ ਹੋ ਸਕਦੀ, ਕਿਉਂਕਿ ਜੋ ਅਸੀਂ ਪੜ੍ਹਾ ਸਕਦੇ ਹਾਂ ਫੇਸ ਟੂ ਫੇਸ ਬੱਚਿਆਂ ਨੂੰ, ਉਹ ਘਰ ਬੈਠ ਕੇ ਨਹੀਂ ਪੜ੍ਹਾਇਆ ਜਾ ਸਕਦਾ। ਇਸ ਕਰਕੇ ਅਸੀਂ ਇਸ ਵਾਸਤੇ ਇੱਕ ਆਪਣੇ ਤਕਨੀਕੀ ਸਲਾਹਕਾਰ ਨਾਲ ਸਲਾਹ ਕਰਕੇ ਇੱਕ ਐਪ ਤਿਆਰ ਕੀਤੀ ਸੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਾ ਵੀ ਉਹਨੂੰ 2 ਦਿਨ ਹੋਏ ਆ ਜੀ, ਉਸ ਐਪ ਨੂੰ ਅਸੀਂ ਅਪਲੋਡ ਕੀਤਾ ਹੈ ਵੱਖਰੇ ਸਕੂਲਾਂ ਦੇ ਮਾਪਿਆਂ ਨੂੰ। ਉਹਦੇ ਵਿੱਚ ਸਾਡੇ ਕੋਲ ਅੱਜ 4000 ਵੋਟਾਂ ਹੁਣ ਤੱਕ ਕਾਸਟ ਹੋਈਆਂ। ਐਪ ਦਾ ਨਾਂ ਕੀ ਹੈ? ਸਕੂਲ ਓਪਨਿੰਗ ਐਪ ਹੈ, ਉਹਦਾ ਨਾਮ ਰੱਖਿਆ ਸੀ, ਔਰ ਉਹਦੇ ਵਿੱਚ ਅੱਜ ਤੱਕ ਹੁਣ ਤੱਕ 4000 ਵੋਟਾਂ ਕਾਸਟ ਹੋਈਆਂ ਨੇ ਤੇ ਮੇਰੇ ਕੋਲ ਰਿਕਾਰਡ ਹੈ, ਮੈਂ ਤੁਹਾਨੂੰ ਦਿਖਾ ਵੀ ਸਕਦਾ। 89% ਜਿਹੜੇ ਆ ਮਾਪਿਓ ਚਾਹੁੰਦੇ ਨੇ ਵੀ ਸਕੂਲ ਖੁੱਲ੍ਹਣ। ਚਲੋ ਸਕੂਲ ਖੁੱਲ੍ਹਣਗੇ ਤੇ ਬੱਚਿਆਂ ਦੀ ਪੜ੍ਹਾਈ ਹੋਊਗੀ, ਲੇਕਿਨ ਸਰਕਾਰ ਨੇ ਜਿਹੜਾ ਇੱਕ ਹੋਰ ਇਹ ਕੰਮ ਕਰ ਦਿੱਤਾ ਵੀ ਬਗੈਰ ਪੇਪਰਾਂ ਤੋਂ ਬੱਚੇ ਪਾਸ ਕਰ ਦਿੱਤੇ ਆ, ਇਹਦਾ ਅਸੀਂ ਭਰਪੂਰ ਵਿਰੋਧ ਕਰਦੇ ਹਾਂ। ਕਿਉਂਕਿ ਕਿਸੇ ਦੀ ਸ਼ਮਤਾ ਵੇਖੇ ਬਗੈਰ, ਉਹਦੀ ਕਾਬਲੀਅਤ ਤੋਂ ਬਗੈਰ ਕਿਸੇ ਨੂੰ ਪਾਸ ਕਰ ਦੇਣਾ ਤੇ ਇਸ ਤਰ੍ਹਾਂ ਹੈ ਵੀ ਅਸੀਂ ਖੋਤਾ ਘੋੜਾ ਇੱਕ ਬਰਾਬਰ ਕਰ ਦਿੱਤਾ। ਮੈਨੂੰ ਪਤਾ ਵੀ ਕੁਝ ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਕੀਤੀ, ਭਾਵੇਂ ਆਨਲਾਈਨ ਘਰ ਬੈਠ ਕੇ ਬੈਠੇ ਜਾਂ ਉਹਨਾਂ ਨੇ ਐਕਸਟਰਾ ਕਲਾਸਾਂ ਲਾਈਆਂ, ਉਹਨਾਂ ਨੇ ਉਮੀਦ ਲਾਈ ਕਿ ਅਸੀਂ 90% ਨੰਬਰ ਲੈਣੇ ਆ, ਅਸੀਂ 80% ਲੈਣੇ ਆ, 85% ਲੈਣੇ ਆ, ਜੋ ਵੀ ਉਹਨਾਂ ਦੀ ਮਿਹਨਤ ਮੁਤਾਬਕ ਉਹਨਾਂ ਨੂੰ ਮਿਲਣਾ ਸੀ। ਤੇ ਅੱਜ ਉਹ ਸਾਰੇ ਉਸੇ ਭਾਈ ਹੋ ਗਏ ਵੀ ਕਿਸੇ ਦਾ A ਗ੍ਰੇਡ ਆ ਜਾਣਾ, ਕਿਸੇ ਦਾ B ਗ੍ਰੇਡ ਆ ਜਾਣਾ, ਕੋਈ ਵੈਲਿਊ ਨਹੀਂ ਰਹਿ ਗਈ ਪੇਪਰਾਂ ਦੀ। ਉਹਦੇ ਨਾਲ ਨੁਕਸਾਨ, ਦੋਹਰਾ ਨੁਕਸਾਨ। ਇੱਕ ਨੁਕਸਾਨ ਤਾਂ ਇਹ ਹੋ ਗਿਆ ਵੀ ਬੱਚੇ ਦੀ ਕਾਬਲੀਅਤ ਨਾ ਪਤਾ ਲੱਗੀ, ਦੂਸਰਾ ਨੁਕਸਾਨ ਇਹ ਹੋ ਗਿਆ ਵੀ AB ਗ੍ਰੇਡ ਦੇਣ ਦੇ ਨਾਲ ਬੱਚਿਆਂ ਦੇ ਭਵਿੱਖ ਦਾ ਖਤਰਾ ਸ਼ੁਰੂ ਹੋ ਗਿਆ। ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਨੇ ਜਿੱਥੇ 10ਵੀਂ ਦੇ ਬੇਸ ਦੇ ਉੱਤੇ ਉਹਨਾਂ ਨੂੰ ਦਾਖਲੇ ਮਿਲਣੇ ਆ ਜਾਂ ਨੌਕਰੀਆਂ ਮਿਲਣੀਆਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦੇਣਾ, ਜਿਵੇਂ ਪੁਲਿਸ ਦੀ ਭਰਤੀ ਹੈ ਜਾਂ ਪੈਰਾਮਿਲਟਰੀ ਫੋਰਸਿਸ ਦੀ ਭਰਤੀ ਹੈ, ਉਹ ਕਿਵੇਂ ਹੋਣੀ ਹੈ? ਉਹ 10ਵੀਂ ਦੇ ਬੇਸ ਤੇ ਹੁੰਦੀ ਹੈ ਔਰ ਨੰਬਰਾਂ ਦੇ ਬੇਸ ਤੇ ਹੁੰਦੀ ਹੈ, ਉਹਦੀ ਮੈਰਿਟ ਬਣਦੀ ਹੈ। ਜਦੋਂ ਗ੍ਰੇਡ ਬਣ ਜਾਣੇ ਆ, ਮੈਰਿਟ ਨਹੀਂ ਕੋਈ ਹੋਣੀ ਤੇ ਉਹ ਬੱਚੇ, ਔਰ ਪਿਛਲੇ ਸਾਲ ਹੋਇਆ ਵੀ ਇਸ ਤਰ੍ਹਾਂ ਹੀ ਹੈ।
ਪਿਛਲੇ ਸਿਰਫ ਪੰਜਾਬ ਦੇ ਵਿੱਚ 10ਵੀਂ ਦੇ ਪੇਪਰ ਨਹੀਂ ਹੋਏ, ਏਬੀ ਗ੍ਰੇਡ ਮਿਲ ਗਿਆ। ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਜਿਵੇਂ ਰੇਲਵੇ ਦੀਆਂ ਨੌਕਰੀਆਂ ਨਿਕਲੀਆਂ ਸੀ, ਪੰਜਾਬ ਦੇ ਬੱਚੇ ਅਪੀਅਰ ਹੀ ਨਹੀਂ ਹੋ ਸਕੇ ਕਿਉਂਕਿ ਉਹਨਾਂ ਕੋਲ ਨੰਬਰ ਹੀ ਹੈ ਨਹੀਂ ਸੀ। ਸੋ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਣਾ ਹੈ 10ਵੀਂ ਦੇ ਪੇਪਰ ਨਾ ਹੋਣ ਦਾ। 10ਵੀਂ ਤੇ 12ਵੀਂ ਦੇ ਪੇਪਰ ਲੈਣੇ ਬਹੁਤ ਜ਼ਰੂਰੀ ਨੇ। ਜੇ 12ਵੀਂ ਦੇ ਪੇਪਰ ਐਸ ਕਰਕੇ ਤੁਸੀਂ ਜ਼ਰੂਰੀ ਸਰਕਾਰ ਕਹਿੰਦੀ ਹੈਗੀ ਉਹਨਾਂ ਨੂੰ ਟਾਲ ਦਿੱਤਾ ਕਿਉਂਕਿ ਉਹਦੇ ਬੇਸ ਤੇ JEE ਦੇ ਪੇਪਰ ਹੋਣੇ ਆ ਜਾਂ ਨੀਟ ਦੇ ਪੇਪਰ ਹੋਣੇ ਆ, ਤੇ 10ਵੀਂ ਦੇ ਬੇਸ ਤੇ ਨਹੀਂ ਹੋਣੇ। 10ਵੀਂ ਦੇ ਬੇਸ ਤੇ ਕਈ ਇਹੋ ਜਿਹੀਆਂ ਕਲਾਸਾਂ ਨੇ ਜਿਨ੍ਹਾਂ ਔਰ ਬੱਚਿਆਂ ਨੇ ਸਟਰੀਮਸ ਲੈਣੀਆਂ, ਕਿਸੇ ਨੇ ਆਰਟਸ 'ਚ ਜਾਣਾ, ਕਿਸੇ ਨੇ ਕਮਰਸ 'ਚ ਜਾਣਾ, ਕਿਸੇ ਨੇ ਸਾਇੰਸ 'ਚ ਜਾਣਾ। ਉਹ ਕਿਹਦੇ ਆਧਾਰ ਤੇ ਜਾਣਾ ਸੀ? ਨੰਬਰਾਂ ਦੇ ਆਧਾਰ ਤੇ। ਅਸੀਂ ਬੱਚੇ ਦੀ ਕਾਬਲੀਅਤ, ਮੇਰੇ ਕੋਲ ਇੱਕ ਬੱਚਾ ਪਾਸ ਹੋ ਗਿਆ था 10ਵੀਂ ਦਾ ਕਿਸੇ ਹੋਰ ਸਕੂਲ ਤੋਂ, ਮੈਂ ਉਹਦੇ ਨੰਬਰ ਦੇਖਦਾ ਵੀ ਉਹਦੇ ਕਿੰਨੇ ਨੰਬਰ ਨੇ, ਮੈਥ 'ਚੋਂ ਕਿੰਨੇ ਆਏ ਆ, ਸਾਇੰਸ 'ਚੋਂ ਕਿੰਨੇ ਆਏ ਆ। ਫਿਰ ਮੈਂ ਉਹਨੂੰ ਸੁਜੈਸਟ ਕਰਦਾ, ਉਹਦੀ ਕਾਉਂਸਲਿੰਗ ਕਰਦਾ ਵੀ ਯਾਰ ਯੂ ਆਰ ਫਿਟ ਫॉर ਸਾਇੰਸ ਜਾਂ ਯੂ ਆਰ ਫਿਟ ਫॉर ਕਮਰਸ, ਤੁਸੀਂ ਆਰਟਸ ਵਿੱਚ ਜ਼ਿਆਦਾ ਬਿਹਤਰ ਪਰਫਾਰਮ ਕਰ ਪਾਓਗੇ। ਜਦੋਂ ਮੇਰੇ ਕੋਲ ਗ੍ਰੇਡ ਹੀ ਆਣੇ ਆ ਏ ਬੀ, ਮੈਂ ਉਹਦੀ ਕਿਵੇਂ ਜੱਜਮੈਂਟ ਕਰਾਂਗਾ ਕਿ ਮੈਂ ਬੱਚੇ ਨੂੰ ਕਿਹੜੀ ਕਲਾਸ 'ਚ ਬਿਠਾਵਾਂ। ਸੋ ਇਹੋ ਜਿਹੇ ਕਈ ਮੁੱਦੇ ਨੇ। ਔਰ ਇੱਕ ਹੋਰ ਵੱਡਾ ਨੁਕਸਾਨ ਇਹ ਹੋਣਾ ਕਿ ਸਰਕਾਰ ਨੇ ਜਿਹੜੇ ਸਰਟੀਫਿਕੇਟ ਦੇਣੇ ਆ ਉਹ ਡਿਜੀ ਲੋਕਰ ਤੇ ਪਾ ਦੇਣੇ। ਅੱਛਾ, ਡਿਜੀ ਲੋਕਰ ਤੇ ਪਾਉਣ ਦੇ ਵਿੱਚ ਦੇਖੋ ਕੀ ਨੁਕਸਾਨ ਹੈ। ਬਹੁਤ ਸਾਰੇ ਬੱਚਿਆਂ ਨੇ, ਜਿਹੜਾ ਡਿਜੀ ਲੋਕਰ ਦਾ ਮੈਂ ਤੁਹਾਨੂੰ ਥੋੜਾ ਸਿਸਟਮ ਸਮਝਾ ਦਿੰਦਾ ਕਿ ਡਿਜੀ ਲੋਕਰ ਦੇ ਉੱਤੇ ਜਦੋਂ ਤੁਸੀਂ ਐਂਟਰੀ ਕਰਨੀ ਹੈ, ਆਪਣਾ ਡਾਟਾ ਪਾਉਣਾ, ਆਪਣਾ ਰੋਲ ਨੰਬਰ ਪਾਉਣਾ, ਉਹਨਾਂ ਨੇ ਉਹ ਤੁਹਾਡਾ ਆਧਾਰ ਕਾਰਡ ਦਾ ਨੰਬਰ ਮੰਗਣਾ। ਆਧਾਰ ਕਾਰਡ ਦੇ ਨੰਬਰ ਜਦੋਂ ਤੁਸੀਂ ਦੇਣਾ, ਉਹਨਾਂ ਨੇ ਆਧਾਰ ਕਾਰਡ ਨਾਲ ਲਿੰਕਡ ਤੁਹਾਡਾ ਮੋਬਾਈਲ ਨੰਬਰ ਦੇ ਉੱਤੇ OTP ਭੇਜਣਾ। ਔਰ ਤੁਸੀਂ ਯਕੀਨ ਮੰਨੋ ਕਿ 50% ਲੋਕਾਂ ਨੂੰ ਇਹ ਨਹੀਂ ਪਤਾ ਮੈਂ ਆਧਾਰ ਕਾਰਡ ਦੇ ਵਿੱਚ ਨੰਬਰ ਕਿਹੜਾ ਦਿੱਤਾ ਹੈ। ਉਹ ਵਿਚਾਰੇ ਪਰੇਸ਼ਾਨ ਹੋ ਕੇ ਫਿਰ ਸਾਡੇ ਸਕੂਲਾਂ 'ਚ ਆਉਂਦੇ ਜੀ, ਮੈਨੂੰ ਸਰਟੀਫਿਕੇਟ ਹੀ ਨਹੀਂ ਮਿਲਣ ਡਿਆ ਜੀ, ਮੈਂ ਕੀ ਕਰਾਂ, ਕਿੱਥੋਂ ਲਿਆਵਾਂ। ਫਿਰ ਉਹਨਾਂ ਨੂੰ ਸਾਰਾ ਪ੍ਰੋਸੈਸ ਸਮਝਾਇਆ ਜਾਂਦਾ ਹੈ। ਫਿਰ ਉਹ ਜਾ ਕੇ ਆਧਾਰ ਕਾਰਡ ਦੇ ਜਿਹੜੇ ਸੈਂਟਰ ਬਣਾਏ ਇਹਨਾਂ ਨੇ ਕੇਂਦਰ, ਉੱਥੇ ਲਾਈਨਾਂ 'ਚ ਧੱਕੇ ਖਾਂਦੇ ਆ। ਫਿਰ ਉੱਥੇ ਆਪਣੇ ਆਪ ਨੂੰ ਅਪਡੇਟ ਕਰਵਾ ਕੇ ਆਉਂਦੇ ਆ, ਨਵਾਂ ਮੋਬਾਈਲ ਨੰਬਰ ਦੇ ਕੇ ਆਉਂਦੇ ਆ। ਫਿਰ ਜਾ ਕੇ ਕਿਤੇ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲਦਾ, ਉਹ ਵੀ ਕੀ A4 ਸਾਈਜ਼ ਦੇ ਨਿਕਲਿਆ ਆ, ਪਤਲਾ ਜਿਹਾ ਕਾਗਜ਼। ਉਹ ਜਦੋਂ ਬੋਰਡ ਨੇ ਸਾਡੇ ਕੋਲ ਪੈਸੇ ਲਏ ਨੇ, ਜਿਹੜਾ 1200 ਰੁਪਈਆ ਦਾਖਲਾ ਲਿਆ 10ਵੀਂ ਕਲਾਸ ਦਾ, ਉਹਦੇ ਵਿੱਚ ਸਰਟੀਫਿਕੇਟ ਦੀ ਕੀਮਤ ਸ਼ਾਮਲ ਹੈ। ਇੰਨੇ ਸਾਲਾਂ ਤੋਂ ਸਾਨੂੰ ਜਿਹੜੇ ਸਰਟੀਫਿਕੇਟ ਆਂਡੇ ਹੈ, ਤੇ ਅਸੀਂ ਬਿਲਕੁਲ ਇਸ ਗੱਲ ਦਾ ਵਿਰੋਧ ਕਰਦੇ ਹਾਂ ਵੀ ਡੀਜੀ ਲੋਕਰ ਤੇ ਪਾ ਦਿਓ। ਸਿਰਫ ਜੇ ਡੀਜੀ ਲੋਕਰ ਤੇ ਪਾਣੇ ਨਹੀਂ ਹੈ, ਤੁਸੀਂ ਉਹਨਾਂ ਨੂੰ ਸੁਵਿਧਾ ਦੇਣਾ ਚਾਹੁੰਦੇ ਹੋ ਦਿਓ, ਸਾਨੂੰ ਕੋਈ ਦਿੱਕਤ ਨਹੀਂ, ਲੇਕਿਨ ਹਾਰਡ ਕਾਪੀ ਜ਼ਰੂਰ ਭੇਜੋ। ਬੱਚੇ ਨੂੰ ਉਹਦੀ ਲੋੜ ਹੈ। ਉਸ ਬੇਸ ਦੇ ਉੱਤੇ ਇੱਕ A4 ਸਾਈਜ਼ ਦੇ ਆਮ ਜੇ ਚਿੱਟੇ ਪੇਪਰ ਦੇ ਉੱਤੇ ਉਹ ਲੈ ਕੇ ਸਰਟੀਫਿਕੇਟ ਜਾਂਦਾ, ਉਹ ਮਾਨਤਾ ਨਹੀਂ ਦਿੰਦੇ ਪਏ। ਈਵਨ ਪਾਸਪੋਰਟ ਆਫਿਸ ਜਿਹੜਾ ਉਹਨੂੰ ਐਕਸੈਪਟ ਨਹੀਂ ਕਰਦਾ ਪਿਆ। ਇਹ ਮੈਂ ਵੀ ਸਮਝਦਾ ਟੈਕਨੋਲੋਜੀ ਦਾ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ। ਇਹ ਟੈਕਨੋਲੋਜੀ ਇਸ ਕਰਕੇ ਬਣਾਈ ਗਈ ਸੀ ਕਿ ਜਿਨ੍ਹਾਂ ਬੱਚਿਆਂ ਨੇ ਬਾਹਰ ਜਾਣਾ ਹੈ, ਉਹਨਾਂ ਨੇ ਵੈਰੀਫਾਈ ਕਰਵਾਉਣਾ ਹੁੰਦਾ ਸਰਟੀਫਿਕੇਟ, ਇਹ ਆਨਲਾਈਨ ਵੈਰੀਫਾਈ ਹੋ ਜੇ, ਬਿਲਕੁਲ ਹੋਵੇ, ਬਹੁਤ ਵਧੀਆ ਗੱਲ ਹੈ। ਲੇਕਿਨ ਹਾਰਡ ਕਾਪੀ ਤਾਂ ਦਿਓ। ਹਾਰਡ ਕਾਪੀ ਦਿਓਗੇ, ਉਹਨੇ ਪਤਾ ਨਹੀਂ ਉਹ ਕਿੱਥੇ ਕਿੱਥੇ ਦਿਖਾਣੀ ਆ ਬੱਚੇ ਨੇ, ਉਹਦਾ ਫਿਊਚਰ ਉਹਦੇ 'ਤੇ ਡਿਪੈਂਡ ਕਰਦਾ ਸਾਰਾ। 10ਵੀਂ ਦਾ ਸਰਟੀਫਿਕੇਟ ਜਿਹੜਾ ਇੱਕ ਬੇਸਿਕ ਸਰਟੀਫਿਕੇਟ ਮੰਨਿਆ ਜਾਂਦਾ ਹੈ, ਜੇ ਜਾਂ 12ਵੀਂ ਦਾ ਸਰਟੀਫਿਕੇਟ, ਉਹ ਸਰਟੀਫਿਕੇਟ ਜਿਹਦੇ ਬੇਸ ਤੋਂ ਉਹਨੇ ਅੱਗੋਂ ਐਜੂਕੇਸ਼ਨ ਲੈਣੀ ਹੈ, ਉਹਨੇ ਸਾਰਾ ਸਾਲ ਸੰਭਾਲ ਕੇ ਰੱਖਣਾ, ਸਾਰੀ ਜ਼ਿੰਦਗੀ ਉਹਨੇ ਸੰਭਾਲ ਕੇ ਰੱਖਣਾ। ਸ਼ਾਇਦ ਤੁਹਾਡੇ ਕੋਲ ਵੀ ਪਿਆ ਹੋਏਗਾ, ਮੇਰਾ ਵੀ ਅਜੇ ਤੱਕ ਆਪਣਾ ਸਾਂਭ ਕੇ ਰੱਖਿਆ। ਤੇ ਜੇ ਮੈਂ A4 ਸਾਈਜ਼ ਦੇ ਉੱਤੇ ਰੱਖ ਕੇ ਰੱਖਿਆ, ਉਹ ਮੈਨੂੰ ਕੀ ਫਾਇਦਾ ਜੀ। ਵੈਰੀਫਾਈ ਕਰਵਾਉਣਾ ਨਹੀਂ ਪਏਗਾ, ਬਹੁਤ ਵਧੀਆ ਗੱਲ ਹੈ, ਪਰ ਹਾਰਡ ਕਾਪੀ ਨਾਲ ਬਹੁਤ ਜ਼ਰੂਰੀ ਹੈ। ਸੋ ਇਹ ਸਾਰੀਆਂ ਗੱਲਾਂ ਦੇ ਅਸੀਂ ਮੁੱਦੇ ਉਠਾਏ ਨੇ, ਔਰ ਮੈਂ ਉਮੀਦ ਕਰਦਾ ਵੀ ਸਰਕਾਰ ਸਾਡੇ ਵੱਲ ਪੱਖ ਵੇਖ ਕੇ ਜ਼ਰੂਰ ਇਹ ਤੇ ਕੋਈ ਨਾ ਕੋਈ ਸਾਡੇ ਵੱਲ ਦਾ ਫੈਸਲਾ ਲਵੇ ਤੇ ਇਹਨਾਂ ਮੰਗਾਂ ਨੂੰ 100% ਮੰਨੇ। नमस्कार जी, मैं एडवोकेट मयंक कपूर, लीगल एडवाइज़र रासा अमृतसर। आज एक हमने प्रेस कॉन्फ्रेंस रखी है जो कि स्कूल्स के लिए सरकार की नीतियां हैं जो स्कूल्स को बहुत ख़राब कर रही हैं, प्राइवेट स्कूल्स को ख़राब कर रही हैं, और ख़ासकर जो बजटेड स्कूल्स हैं उनको ख़राब कर रही हैं। तो उसमें आज हमने बहुत सारे इश्यूज़ डिस्कस किए हैं, जिसमें एक बहुत बड़ा मुद्दा है आज की डेट में स्कूल लिविंग सर्टिफिकेट का। आज की डेट में किसी भी बच्चे को स्कूल, सरकार ने नोटिफिकेशन निकाल दिया है कि बच्चे को किसी भी तरह का स्कूल लिविंग सर्टिफिकेट NOC नहीं चाहिए। दैट मीन्स आज एक बच्चा 6 साल का है, 7 साल का है, 8 साल का है, वो जिस मर्जी क्लास में जाके एडमिशन ले ले, वो आज चाहे 5वीं में जाके एडमिशन ले ले। तो हमने ये क्लासेस क्यों बनाई हुई हैं, 1st, 2nd, 3rd, 12th तक क्यों बनाई हैं? हम सीधा अगर हमने ऐसे ही एडमिट करना तो हमें बच्चे को हर साल पढ़ाने की ज़रूरत ही नहीं है। आज की डेट में बच्चा जिस मर्जी स्कूल से, जहाँ मर्जी से, एक सिर्फ अपना डेट ऑफ बर्थ लेके जाए और जाके एडमिशन ले, जिसका नुकसान ये होएगा सबसे पहले कि एक तो बच्चों का सारा भविष्य ख़राब हो रहा है, जो बहुत बड़ी बात है। साथ में इस चीज़ का फ़ायदा, नुकसान स्कूल्स को पर्सनली इन टर्म्स ऑफ फाइनेंशियल भी होगा कि बिकॉज बहुत सारे पेरेंट्स बिना किसी स्कूल लिविंग सर्टिफिकेट के या NOC के यहाँ से मूव कर जाएंगे स्कूल से। तो SLC का जो ये इन्होंने सरकार ने नोटिफिकेशन निकाला है, सरकार को वापस लेना चाहिए, एंड विद ड्यू NOC एंड विद स्कूल लिविंग सर्टिफिकेट ही अगर कोई पेरेंट स्कूल से शिफ्ट होना चाहते हैं तो वो नो डाउट शिफ्ट कर सकते हैं, बट ये सरकार को अपनी नोटिफिकेशन वापस लेनी चाहिए। मेरा नाम हर्षदीप सिंह रंधावा। ਅੱਜ ਅਸੀਂ ਇਹ ਰੈਕੋਗਨਾਈਜ਼ਡ ਐਂਡ ਅਫੀਲੀਏਟਡ ਸਕੂਲਸ ਐਸੋਸੀਏਸ਼ਨ ਰਾਸਾ ਉਹਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਆ। ਸਾਡਾ ਮੇਨ ਮੋਟਿਵ ਇਹ ਆ
ਜੋ ਸਰਕਾਰ ਦੀਆਂ ਪ੍ਰਾਈਵੇਟ ਸਕੂਲਾਂ ਪ੍ਰਤੀ ਪਾਲਿਸੀਆਂ ਵਾ ਔਰ ਈਵਨ ਇਹ ਪਾਲਿਸੀਆਂ ਸਕੂਲ ਮਾਰੂ ਪਾਲਿਸੀਆਂ ਨੇ ਸਰਕਾਰ ਦੀਆਂ, ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਮੀਡੀਆ ਦੇ ਥਰੂ ਸਰਕਾਰ ਨੂੰ ਅਪੀਲ ਕਰਨੀ ਵੀ ਔਰ ਲੋਕਾਂ ਨੂੰ ਜਾਗਰੂਕ ਕਰਨਾ ਵੀ ਕਿ ਜਿਹੜੇ ਇੱਕ ਵਿਦਿਆ ਦੇ ਮੰਦਰ ਸਮਝੇ ਜਾਂਦੇ ਸੀ ਸਕੂਲ, ਉਹਨਾਂ ਦੇ ਨਾਲ ਕਿਵੇਂ ਦਾ ਟਰੀਟਮੈਂਟ ਕੀਤਾ ਜਾ ਰਿਹਾ। ਇੱਕ ਸਕੂਲ ਆ ਜਿਹਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਲਈ ਆ, CBSE ਤੋਂ ਕਿਸੇ ਨੇ ਮਾਨਤਾ ਲਈ ਆ, ਕਿਸੇ ਨੇ ICSE ਤੋਂ ਮਾਨਤਾ ਲਈ ਆ। ਸਰਕਾਰ ਦੇ ਨਿਯਮਾਂ ਅਨੁਸਾਰ ਕਈ ਸਕੂਲ ਇਵੇਂ ਦੇ ਜਿਨ੍ਹਾਂ ਸਰਕਾਰ ਕੋ NOC ਲਏ ਨੇ, ਸਭ ਤੋਂ ਹਾਰਡ ਸ਼ਰਤਾਂ NOC ਦੀਆਂ ਹੁੰਦੀਆਂ ਨੇ। ਪਰ ਦੁੱਖ ਦੀ ਗੱਲ ਵਾ ਕਿ ਉਹਨਾਂ ਸਕੂਲਾਂ ਨੂੰ ਹੁਣ ਹਰ ਸਾਲ RTE ਦੇ ਅਧੀਨ ਐਫੀਲੀਏਸ਼ਨ ਲੈਣ ਲਈ ਸਿੱਖਿਆ ਵਿਭਾਗ ਵੱਲੋਂ ਕਿਹਾ ਜਾ ਰਿਹਾ। CBSE ਮਾਨਤਾ ਮਿਲ ਗਈ, CBSE ਹਰ ਸਾਲ ਐਫੀਲੀਏਸ਼ਨ ਰੀਨਿਊ ਕਰਨ ਲਈ ਨਹੀਂ ਕਹਿੰਦਾ, ICSE ਨਹੀਂ ਕਹਿੰਦਾ, ਈਵਨ ਪੰਜਾਬ ਬੋਰਡ ਨਹੀਂ ਕਹਿੰਦਾ, ਲੇਕਿਨ ਵਿਦਿਆ ਵਿਭਾਗ ਕੀ ਕਹਿ ਰਿਹਾ, ਹਰ ਸਾਲ RTE ਦੀ ਐਫੀਲੀਏਸ਼ਨ ਲੈਣ ਸਕੂਲ, ਜਿਹੜੀ ਕਿ ਬਿਲਕੁਲ ਸਕੂਲਾਂ ਨੂੰ ਇੱਕ ਹਰਾਸ ਕਰਨ ਵਾਲੀ ਗੱਲ ਆ, ਇੱਕ ਤਰਕਹੀਣ ਗੱਲ ਆ। ਲਾਕਡਾਊਨ ਲੱਗਾ ਰਿਹਾ ਪਿਛਲਾ ਸਾਰਾ ਸਾਲ, ਸਾਰੇ ਆਪਾਂ ਜਾਣਦੇ ਆ। ਇਸ ਵਾਰ ਹੁਣ ਸਕੂਲ ਫਿਰ ਬੰਦ ਪਏ ਆ, ਪਰ ਆਪਾਂ ਫਿਰ ਕਹਿ ਰਹੇ ਹਾਂ ਕਿ ਪਿਛਲੇ ਸਾਲ ਵੀ ਇਹੀ ਕਹਿੰਦੇ ਰਹੇ ਵੀ RTE ਐਫੀਲੀਏਸ਼ਨ ਲਾਓ, ਇਸ ਵਾਰ ਵੀ ਇੱਕ RTE ਐਫੀਲੀਏਸ਼ਨ ਲੈਣ ਦਾ 50,000 ਦੇ ਲਾਗੇ ਛਾਗੇ ਬੇਵਜ੍ਹਾ ਖਰਚਾ, ਬਿਲਡਿੰਗ ਸੇਫਟੀ ਸਰਟੀਫਿਕੇਟ, ਫਾਇਰ ਸੇਫਟੀ ਸਰਟੀਫਿਕੇਟ, ਪਤਾ ਨਹੀਂ ਕਿੰਨੀਆਂ ਕਿੰਨੀਆਂ ਫਾਰਮੈਲਿਟੀਜ਼ ਨੇ, ਜਿਹੜੀਆਂ ਕਿ ਇੱਕ એનર્ਜੀ ਵੇਸਟ ਵੀ ਆ, ਮਨੀ ਵੇਸਟੇਜ ਵੀ ਆ ਔਰ ਹਰਾਸਮੈਂਟ ਵੀ ਆ। ਇਸ ਲਈ ਸਾਡਾ ਸਭ ਤੋਂ ਪਹਿਲਾਂ ਤਾਂ ਇਹ ਮੁੱਦਾ ਆ ਕਿ ਸਿੱਖਿਆ ਵਿਭਾਗ ਹਰ ਸਾਲ RTE ਐਫੀਲੀਏਸ਼ਨ ਨਾ ਲਵੇ। ਹਾਂ, ਜਿਹੜੇ ਸਕੂਲ ਤਾਂ ਬਿਲਕੁਲ ਹੀ ਜਿਨ੍ਹਾਂ ਕੋਲ ਕੋਈ ਐਫੀਲੀਏਸ਼ਨ ਨਹੀਂ ਆ, ਬਿਲਕੁਲ ਹੀ ਪ੍ਰਾਈਵੇਟ ਚੱਲ ਰਹੇ ਹੋਣਗੇ ਕੁਝ ਇਵੇਂ ਦੇ ਸਕੂਲ ਵੀ ਜਿਨ੍ਹਾਂ ਕੋਲ ਪੰਜਾਬ ਬੋਰਡ ਦੀ ਮਾਨਤਾ ਵੀ ਨਹੀਂ ਆ, CBSE ਵੀ ਨਹੀਂ ਆਏ, ਉਹਨਾਂ ਕੋਲ ਕਿਸੇ ਹੱਦ ਤੱਕ ਮੰਨੀ ਜਾ ਸਕਦੀ ਗੱਲ ਵੀ ਉਹਨਾਂ ਕੋਲ RTE ਐਫੀਲੀਏਸ਼ਨ ਲਈ ਜਾਵੇ। ਬਟ ਜਿਹਦੇ ਕੋਲੇ ਕਿਸੇ ਬੋਰਡ ਦੀ ਐਫੀਲੀਏਸ਼ਨ ਆ, ਜਿਹਨੇ ਸਪੈਸੀਫਿਕ ਪੈਰਾਮੀਟਰਸ ਪੂਰੇ ਕੀਤੇ ਆ, NOC ਵੀ ਇੱਥੋਂ ਤੱਕ ਲਏ ਨੇ ਸਰਕਾਰ ਦੇ ਕੋਲੋਂ, ਜਿਹਦੇ ਵਿੱਚ CLU ਵਰਗੀਆਂ ਸ਼ਰਤਾਂ, ਬਿਲਡਿੰਗ ਪਲਾਨ ਵਰਗੀਆਂ ਸ਼ਰਤਾਂ ਨੇ, ਉਹਨਾਂ ਨੂੰ ਹੁਣ ਕਹਿਣਾ ਵੀ ਤੁਸੀਂ RTE ਲਾਓ ਹਰ ਸਾਲ, ਇਹ ਟੋਟਲੀ ਸਕੂਲਾਂ ਦੀ ਹਰਾਸਮੈਂਟ ਆ, ਟੋਟਲੀ ਇਲੌਜੀਕਲ ਆ। ਇੱਕ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਇਹ ਆ ਸਿੱਖਿਆ ਵਿਭਾਗ ਦੇ ਕੋਲੋਂ ਕਿ ਇਹ ਹਰ ਸਾਲ ਐਫੀਲੀਏਸ਼ਨ ਜਿਹੜੀ ਆ ਇਹ ਐਫੀਲੀਏਸ਼ਨ ਲੈਣ ਲਈ ਸਕੂਲਾਂ ਨੂੰ ਮਜਬੂਰ ਕਰਨਾ ਬੰਦ ਕੀਤਾ ਜਾਵੇ। ਅਨਨੈਸੈਸਰੀ ਚਿੱਠੀਆਂ ਕੱਢਣੀਆਂ ਇਸ ਮਾਨਤਾ ਦੇ ਲਈ ਬੰਦ ਕੀਤੀਆਂ ਜਾਣ। ਨੰਬਰ 2, ਸਕੂਲ ਬੰਦ ਕਰ ਦਿੱਤੇ ਸਰਕਾਰ ਨੇ, ਠੀਕ ਆ, ਅਸੀਂ ਤਾਂ ਵੈਸੇ ਇਸ ਫੈਸਲੇ ਨਾਲ ਵੀ ਸਹਿਮਤ ਨਹੀਂ ਆ ਬੰਦ ਕਰਨੇ, ਕਿਉਂਕਿ ਸਾਰੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ, ਬੱਚੇ ਹਰ ਐਕਟੀਵਿਟੀ ਵਿੱਚ ਸ਼ਾਮਲ ਹੋ ਰਹੇ ਨੇ, ਧਾਰਮਿਕ ਸਮਾਗਮ ਨੇ, ਭਾਵੇਂ ਉਹ ਸੋਸ਼ਲ ਸਮਾਗਮ ਨੇ, ਹਰ ਥਾਂ ਬੱਚੇ ਜਾ ਰਹੇ ਨੇ। ਸਿਰਫ ਇੱਕੋ ਇੱਕ ਸਕੂਲ ਹੀ ਆ ਜਿੱਥੇ ਬੱਚਾ ਨਹੀਂ ਜਾ ਰਿਹਾ ਅੱਜ। ਪਰ ਜਦੋਂ ਫਿਰ ਵੀ ਜੇ ਸਰਕਾਰ ਨੇ ਬੰਦ ਕੀਤੇ ਆ ਤੇ ਕਮ ਸੇ ਕਮ ਇਹਨਾਂ ਸਕੂਲਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਤੇ ਦੇਣਾ ਚਾਹੀਦਾ। ਸਾਡੀਆਂ ਬੱਸਾਂ ਖੜੀਆਂ ਨੇ ਸਕੂਲਾਂ ਵਿੱਚ, ਪਰ ਟੈਕਸ ਸਾਡੇ ਕੋਲ ਲਏ ਜਾਣੇ ਨੇ। ਅਪ੍ਰੈਲ ਮਹੀਨੇ ਦਾ ਵੀ ਲਿਆ ਜਾਣਾ, ਮਾਰਚ ਦਾ ਵੀ ਲਿਆ ਗਿਆ, ਅੱਗੇ ਮਈ ਦਾ ਵੀ ਲਿਆ ਜਾਣਾ। ਹੁਣ ਪਹਿਲੇ ਕੁਆਟਰ ਜਿਹੜਾ ਅਪ੍ਰੈਲ ਮਈ ਜੂਨ ਦਾ ਕੁਆਟਰ ਆਣਾ ਵਾ, ਉਹਦੇ ਟੈਕਸ ਮੰਗੇ ਜਾ ਰਹੇ ਸਕੂਲਾਂ ਕੋਲੋਂ। ਬੱਸਾਂ ਬੰਦ ਖੜੀਆਂ ਨੇ, ਟੈਕਸ ਸਰਕਾਰ ਮੰਗ ਰਹੀ ਆ। ਬਿਜਲੀ ਲੋੜ ਦੇ ਆਧਾਰ ਤੇ ਸਕੂਲਾਂ ਨੂੰ ਬਿਜਲੀ ਦੇ ਬਿੱਲ ਆ ਰਹੇ ਆ। ਜੇ ਆਪਾਂ ਸਰਕਾਰ ਨੇ ਸਕੂਲ ਬੰਦ ਕੀਤੇ ਆ, ਕਮ ਸੇ ਕਮ ਸਕੂਲਾਂ ਨੂੰ ਵੀ ਕੋਈ ਰਾਹਤ ਦੇਣੀ ਚਾਹੀਦੀ ਆ, ਆਰਥਿਕ ਪੈਕੇਜ ਕੋਈ ਦੇਣਾ ਚਾਹੀਦਾ, ਇਹ ਟੈਕਸ ਮਾਫ ਕਰਨੇ ਚਾਹੀਦੇ। ਜਿੰਨਾ ਸਮਾਂ ਸਕੂਲ ਬੰਦ ਰਹੇ, ਬੱਸ ਟੈਕਸ, ਹਾਊਸ ਟੈਕਸ ਵਾ, ਰੋਡ ਟੈਕਸ ਵਾ, ਇਹ ਬਣਦੇ ਹੀ ਨਹੀਂ ਸਕੂਲਾਂ ਕੋਲ ਲੈਣੇ, ਲੇਕਿਨ ਸਰਕਾਰ ਮੰਗ ਰਹੀ ਆ। ਸਾਡਾ ਪਰਪਸ ਕੀ ਆ ਮੀਡੀਆ ਥਰੂ? ਅਸੀਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਵੀ ਸਾਡੀ ਸਟੇਟ ਲੈਵਲ ਦੀ ਮੀਟਿੰਗ ਹੋਈ ਸੀ ਅੰਮ੍ਰਿਤਸਰ। ਸਰਦਾਰ ਗੁਰਜੀਤ ਸਿੰਘ ਔਜਲਾ MP ਸਾਹਿਬ ਆਪ ਮੀਟਿੰਗ ਵਿੱਚ ਆਏ ਸੀ। ਸਾਡਾ ਪੰਜਾਬ ਰਾਜਾ ਸਭਾ ਦਾ ਸਰਦਾਰ ਜਸਬੀਰ ਸਿੰਘ ਜੀ ਡਿੰਪਾ MLA MP ਸਾਹਿਬ, ਉਹਨਾਂ ਨੂੰ ਵੀ ਮਿਲਿਆ ਸੀ। ਸਾਨੂੰ ਦੋਵਾਂ ਮੈਂਬਰ ਪਾਰਲੀਮੈਂਟਸ ਸਾਹਿਬਾਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਜਲਦੀ ਹੀ ਸਿੱਖਿਆ ਮੰਤਰੀ ਦੇ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਏਗੀ, ਲੇਕਿਨ 8 ਦਿਨ ਹੋ ਗਏ ਨੇ, ਅੱਜ ਤੱਕ ਕੋਈ ਰਿਸਪੌਂਸ ਨਹੀਂ ਆ, ਕੋਈ ਸਾਨੂੰ ਮੀਟਿੰਗ ਦੇ ਲਈ ਇਨਫੋਰਮੇਸ਼ਨ ਨਹੀਂ ਮਿਲੀ। ਈਵਨ ਪਿਛਲੇ 4 ਸਾਲ ਦੇ ਵਿੱਚ ਰਾਸਾ ਪੰਜਾਬ ਦੇ ਨਾਲ ਕਿਸੇ ਵੀ ਸਿੱਖਿਆ ਮੰਤਰੀ ਸਾਹਿਬ ਜਾਂ ਸੈਕਟਰੀ ਸਾਹਿਬ ਬੋਰਡ ਲੈਵਲ ਤੇ ਮੀਟਿੰਗ ਜ਼ਰੂਰ ਹੋਈਆਂ, ਪਰ ਐਜੂਕੇਸ਼ਨ ਡਿਪਾਰਟਮੈਂਟ ਲੈਵਲ ਤੇ ਜਿੰਨੀਆਂ ਮੁਸ਼ਕਲਾਂ ਨੇ, ਸਾਡੀਆਂ ਮੁਸ਼ਕਲਾਂ ਹੱਲ ਕਰਨੀ ਤੇ ਬਾਅਦ ਦੀ ਗੱਲ ਵਾ, ਸੁਣੀਆਂ ਹੀ ਨਹੀਂ ਗਈਆਂ। ਇਸ ਲਈ ਮੀਡੀਆ ਰਾਹੀਂ ਵੀ ਅੱਜ ਅਸੀਂ ਦੁਬਾਰਾ ਫਿਰ ਅਪੀਲ ਕਰਦੇ ਹਾਂ, ਸਿੱਖਿਆ ਮੰਤਰੀ ਜੀ ਗਾੜੀ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹਨਾਂ ਸਕੂਲਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਜਾਣ, ਹਮਦਰਦੀ ਨਾਲ ਵਿਚਾਰੀਆਂ ਜਾਣ। ਇਹ ਸਕੂਲ ਪੰਜਾਬ ਦੇ ਲੋਕਾਂ, ਜਿਹੜੇ ਇੱਕ ਮਿਡਲ ਇਨਕਮ ਗਰੁੱਪ ਦੇ ਜਾਂ ਲੋਅਰ ਇਨਕਮ ਗਰੁੱਪ ਦੇ, ਲੋਅਰ ਮਿਡਲ ਇਨਕਮ ਗਰੁੱਪ ਦੇ, ਮਤਲਬ ਮੇਰੇ ਕਹਿਣ ਦਾ ਮਤਲਬ ਜਿਹੜੇ ਬਹੁਤ ਜ਼ਿਆਦਾ ਮਹਿੰਗੀ ਐਜੂਕੇਸ਼ਨ ਨਹੀਂ ਅਫੋਰਡ ਕਰ ਸਕਦੇ, ਉਹਨਾਂ ਲੋਕਾਂ ਦੇ ਬੱਚੇ ਇਹ ਅਦਾਰੇ ਪੜ੍ਹਾ ਰਹੇ ਆ। ਕਿਰਪਾ ਕਰਕੇ ਇਹਨਾਂ ਅਦਾਰਿਆਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿੱਤਾ ਜਾਵੇ, ਇਹਨਾਂ ਨੂੰ ਬੰਦ ਹੋਣ ਤੋਂ ਰੋਕਿਆ ਜਾਵੇ। ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਅਦਾਰੇ ਬੰਦ ਹੋਣ ਦੀ ਕਗਾਰ ਤੇ ਖੜੇ ਨੇ।
ਅੱਜ 70% ਸਕੂਲ ਪੰਜਾਬ ਦੇ ਬੰਦ ਹੋਣ ਦੀ ਕਗਾਰ ਤੇ ਖੜੇ ਨੇ। ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਸਕੂਲ ਬੰਦ ਹੋ ਜਾਣਗੇ ਤੇ ਇਹਨਾਂ ਸਕੂਲਾਂ ਦੇ ਉੱਤੇ ਜੋ ਡਿਪੈਂਡੈਂਟ ਸੀਗੇ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ ਔਰ ਬੱਚਿਆਂ ਨੂੰ ਜਾਂ ਤਾਂ ਫਿਰ ਘਰਾਂ 'ਚ ਬੈਠਣਾ ਪਏਗਾ ਤੇ ਜਾਂ ਫਿਰ ਜੇ ਉਹਨਾਂ ਦੀ ਜਦੋਂ ਪਹੁੰਚ ਹੀ ਹੈ ਨਹੀਂ ਤਾਂ ਮਹਿੰਗੇ ਸਕੂਲਾਂ ਵਿੱਚ ਉਹ ਜਾ ਨਹੀਂ ਸਕਣਗੇ। ਪੰਜਾਬ ਦੀ ਐਜੂਕੇਸ਼ਨ ਜਿਹੜੀ ਆ ਉਹ ਇੰਨੀ ਪਿੱਛੇ ਚਲੀ ਜਾਊਗੀ ਕਿ ਜਿਹਦਾ ਫਿਰ ਜ਼ਿੰਮੇਵਾਰ ਅਸੀਂ ਨਹੀਂ ਸਮਝਦੇ ਵੀ ਉਹ ਫਿਰ ਕਹਿਣ ਤੋਂ ਅਸੀਂ ਝਕਾਂਗੇ ਵੀ ਨਹੀਂ, ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਸਕੂਲਾਂ ਦੀ ਬਾਂਹ ਫੜੀ ਜਾਵੇ, ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹ ਪ੍ਰਵਾਨ ਕੀਤੀਆਂ ਜਾਣ। ਧੰਨਵਾਦ।